सत श्री अकाल राय साहब ਜਾਂਦੇ ਜਾਂਦੇ किसानी संघर्ष जित तो हुण कितनी दूर है एक बार दस के जाओ साडे दर्शकों ਨੂੰ। सरकार हारी हुई आ, ਅਸੀਂ ਜਿੱਤੇ ਹੋਏ ਆ। 6 ਹਾਈਵੇ ਦੱਬੇ ਹੋਏ ਨੇ ਸਰਕਾਰ ਦੇ। ਸਰਕਾਰ ਨੇ ਕਾਨੂੰਨ ਵਾਪਸ ਲੈਣੇ ਬਾਕੀ ਨੇ, ਸੋ ਕੋਈ ਗੱਲ ਨਹੀਂ, ਉਹ ਵਾਪਸ ਕਰਾ ਕੇ ਆਵਾਂਗੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਜਲਦ ਯਕੀਨੀ ਜਿੱਤ ਹੋਏਗੀ। ਸਰਕਾਰ ਘੁਟਨਿਆਂ ਪਾਰ ਹੋਈ ਹੈ, ਨਹੀਂ ਤੇ ਹੁਣ ਇਲੈਕਸ਼ਨ ਆਉਣ ਵਾਲੀਆਂ 2022 ਚ ਯੂਪੀ ਚ ਹਰਾਵਾਂਗੇ, ਫਿਰ ਸਰਕਾਰ ਹਾਰ ਕੇ ਮੰਨ ਕੇ ਆਏਗੀ। ਹਾਂਜੀ ਸਰ, ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਤਨਾਮ ਸਿੰਘ ਸਾਨੀ ਜੀ, ਜਿਹੜੇ ਜਨਰਲ ਸਕੱਤਰ ਨੇ BKU ਦੁਆਬਾ ਦੇ। ਇਹ ਬਹੁਤ ਹੀ ਵੱਡੇ ਸਤੰਭ ਹੈ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਬਾਰਡਰਾਂ ਤੇ। ਹੁਣ ਇਸ ਸਤੰਭ ਦੇ ਮੂੰਹੋਂ ਹੀ ਸੁਣਾਂਗੇ ਕਿ ਸਾਡੀ ਜਿੱਤ ਕਿੰਨੀ ਕੁ ਦੂਰ ਹੈ। ਜਿਹੜਾ ਅੱਜ 5 ਜੂਨ ਨੂੰ ਖੇਤੀ ਆਰਡੀਨੈਂਸਾਂ ਨੂੰ ਲਾਗੂ ਕੀਤਾ, 1 ਸਾਲ ਪੂਰਾ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਅੱਜ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ। ਔਰ ਇੱਕ ਵੱਡਾ ਕਾਫਲਾ ਲਗਭਗ 300 ਗੱਡੀ ਜਿਹਦੇ ਵਿੱਚ ਹੈ ਉਹ ਭਾਰਤੀ ਕਿਸਾਨ ਯੂਨੀਅਨ ਦੁਆਬਾ, ਇਕੱਲੀ ਇੱਕ ਜਥੇਬੰਦੀ ਦੀ 300 ਗੱਡੀ ਉਹ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਇੱਥੋਂ ਰਵਾਨਾ ਹੋ ਰਹੀ ਹੈ। 5-7 ਮਿੰਟਾਂ ਦੇ ਵਿੱਚ ਵੱਡਾ ਕਾਫਲਾ ਜਾ ਰਿਹਾ। ਜਿਹੜਾ ਸੰਘਰਸ਼ ਆ, ਸੰਘਰਸ਼ ਦੇ ਵਿੱਚ ਤਾਂ ਕਿਸਾਨਾਂ ਨੇ ਕੋਈ ਕਸਰ ਨਹੀਂ ਛੱਡੀ। ਪਿਛਲੇ 9 ਮਹੀਨੇ ਤੋਂ ਜਿਹੜਾ ਦੇਸ਼ ਦਾ ਕਿਸਾਨ ਆ ਔਰ ਪੰਜਾਬ ਦਾ ਕਿਸਾਨ ਜਿਹੜਾ ਅਗਵਾਈ ਕਰ ਰਿਹਾ, ਔਰ 9 ਮਹੀਨੇ ਤੋਂ ਲਗਾਤਾਰ ਵੱਡਾ ਸੰਘਰਸ਼ ਜਿਹਦੇ ਵਿੱਚ ਕਰੋੜਾਂ ਕਿਸਾਨ ਸ਼ਾਮਲ ਨੇ ਸਾਰੇ ਦੇਸ਼ ਦੇ। ਇੱਥੋਂ ਤੱਕ ਵਿਦੇਸ਼ਾਂ ਦੇ ਜਿਹੜੇ ਕਿਸਾਨ ਆ ਉਹਨਾਂ ਦੀ ਵੀ ਮੋਰਲ ਸਪੋਰਟ ਇਸ ਅੰਦੋਲਨ ਨੂੰ ਹੋਣ ਦੇ ਬਾਵਜੂਦ। ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਆ, ਅਜੇ ਤੱਕ ਪ੍ਰਧਾਨ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਇੱਕ ਵੀ ਮੀਟਿੰਗ ਕਰਨ ਦੀ ਜ਼ਰੂਰਤ ਨਹੀਂ ਸਮਝੀ। ਇਹ ਉਹਨਾਂ ਦਾ ਲੋਕਤੰਤਰੀ ਸਰਕਾਰ ਨਾ ਹੋ ਕੇ ਇੱਕ ਤਾਨਾਸ਼ਾਹ ਦਾ ਜਿਹੜਾ ਰਵੱਈਆ ਉਹਦੀ ਅਸੀਂ ਪੁਰਜ਼ੋਰ ਨਿੰਦਿਆ ਕਰਦੇ ਹਾਂ। ਇਸੇ ਕਰਕੇ ਕਿਸਾਨਾਂ ਦੇ ਵਿੱਚ ਵੱਡਾ ਰੋਸ ਆ ਕਿ ਕਿਸੇ ਵੀ ਦੇਸ਼ ਦੀ ਸਰਕਾਰ ਤੋਂ ਇਦਾਂ ਦੇ ਰਵੱਈਏ ਦੀ ਆਸ ਕਦੇ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਇਦਾਂ ਦੇ ਗਲਤ ਰਵੱਈਏ ਦਾ ਜਿਹੜਾ ਉਹ ਕਿਸਾਨਾਂ ਨੂੰ ਹਲਕਾ ਚ ਲੈ ਰਿਹਾ ਜਾਂ ਆਪਣੀ ਦੇਸ਼ ਦੀ ਆਵਾਜ਼ ਨਹੀਂ ਸੁਣ ਰਹੇ, ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਕਿਉਂਕਿ ਆਮ ਤੌਰ ਤੇ ਸਰਕਾਰਾਂ ਹਲਕੇ ਚ ਲੈਂਦੀਆਂ ਨਹੀਂ ਆਪਣੀ ਪਬਲਿਕ ਨੂੰ। ਆਪਣੇ ਦੇਖੋ, ਸਰਕਾਰ ਦੀ ਨੀਤੀ ਪਿਛਲੇ 7 ਸਾਲਾਂ ਤੋਂ ਕਲੀਅਰ ਹੈ। ਸਰਕਾਰ ਨੇ ਆਮ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਦੇਸ਼ ਦੇ ਜਿਹੜੇ ਵੱਡੇ ਉਦਯੋਗਿਕ ਘਰਾਣੇ ਨੇ, ਕਾਰਪੋਰੇਟ ਘਰਾਣੇ ਨੇ, ਸਾਰੇ ਦੇਸ਼ ਦੇ ਸਾਧਨ, ਸਰਕਾਰ ਦੇਸ਼ ਦੀਆਂ ਜ਼ਮੀਨਾਂ, ਦੇਸ਼ ਦੀਆਂ ਕੋਲਾ ਖਾਨਾਂ, ਦੇਸ਼ ਦੀਆਂ ਤੇਲ ਕੰਪਨੀਆਂ, ਦੇਸ਼ ਦੀਆਂ ਟੈਲੀਫੋਨ ਕੰਪਨੀਆਂ, ਸਾਰੇ ਦੇਸ਼ ਦੇ ਜਿਹੜੇ ਵੱਡੇ ਸਾਧਨ, ਦੇਸ਼ ਦੀ ਰੇਲਵੇ, ਦੇਸ਼ ਦੀ 에ਅਰਲਾਈਨਸ, ਉਹ ਸਾਰੇ ਦੇਸ਼ ਦੇ ਸਾਧਨਾਂ ਨੂੰ ਆਪਣੇ ਮਿੱਤਰ ਘਰਾਣਿਆਂ ਨੂੰ ਜਿਨ੍ਹਾਂ ਨੇ ਇਲੈਕਸ਼ਨਾਂ 'ਚ ਇਹਨਾਂ ਦੀ ਮਦਦ ਕੀਤੀ ਉਹਨਾਂ ਦੇ ਹੱਥ ਸੌਂਪਣ 'ਚ ਕੋਈ ਕਸਰ ਨਹੀਂ ਛੱਡੀ। ਇਸੇ ਕਰਕੇ ਦੇਸ਼ ਕੰਗਾਲ ਹੋ ਰਿਹਾ। GDP ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਦੀ GDP ਦੀ ਦਰ ਮਾਈਨਸ ਚੱਲ ਜਾਣੀ। ਦੇਸ਼ ਦੇ ਵਿੱਚ ਕਰੋੜਾਂ ਲੋਕ ਬੇਰੁਜ਼ਗਾਰ ਨੇ, ਲੋਕ ਭੁੱਖਮਰੀ ਦਾ ਸ਼ਿਕਾਰ ਨੇ। ਕਰੋਨਾ ਦੇ ਪੀਰੀਅਡ 'ਚ ਲੋਕਾਂ ਨੂੰ ਕਿਤੇ ਬੈੱਡ ਨਹੀਂ ਮਿਲਦੇ, ਕੋਈ ਦਵਾਈ ਨਹੀਂ ਮਿਲ ਰਹੀ। ਦੇਸ਼ ਦੀ ਗੰਗਾ ਵਰਗੀ ਨਦੀ 'ਚ ਦੇਸ਼ ਦੇ ਵਸਨੀਕਾਂ ਦੀਆਂ ਲਾਸ਼ਾਂ ਦਾ ਤੈਰਨਾ, ਇਹ ਦੇਸ਼ ਦੀ ਅਸਲੀ ਤਸਵੀਰ ਦੇਸ਼ ਦੀ ਸਾਰੀ ਦੁਨੀਆ ਨੇ ਦੇਖ ਲਈ ਹੈ। ਉਹਦੇ ਨਾਲ ਦੇਸ਼ ਦੀ ਜਿਹੜੀ ਆ ਉਹ ਇਮੇਜ ਵੀ ਖਰਾਬ ਹੋਈ ਹੈ। ਭਾਰਤ ਦੀ ਜਿਹੜੀ ਤਰੱਕੀ ਆ ਉਹ ਸਾਰੀ ਦੁਨੀਆ ਨੇ ਸਾਹਮਣੇ ਦੇਖ ਲਈ ਹੈ ਕਿ BJP ਦਾ ਜਿਹੜਾ ਝੂਠ ਆ ਪਿਛਲੇ 7 ਸਾਲਾਂ 'ਚ ਲਗਾਤਾਰ ਜਿਹੜਾ ਝੂਠ ਬੋਲਿਆ ਜਾ ਰਿਹਾ ਉਹ ਸਾਰੇ ਦੇਸ਼ ਦੇ ਵਸਨੀਕਾਂ ਨੇ ਦੇਖ ਲਿਆ। ਤੇਲ ਦੀਆਂ ਕੀਮਤਾਂ 'ਚ ਅਥਾਹ ਵਾਧਾ, ਲਗਾਤਾਰ ਟੈਕਸਾਂ ਦੀ ਮਾਰ ਕੇ ਸਾਰੇ ਦੇਸ਼ ਨੂੰ, ਲੋਕਾਂ ਨੂੰ ਰੋਜੀ ਰੋਟੀ ਤੋਂ ਵੀ ਮੁਹਤਾਜ ਕਰ ਦਿੱਤਾ ਗਿਆ। ਆਪਾਂ ਜਦੋਂ ਵੀ ਕਿਸੇ ਕਿਸਾਨ ਜਥੇਬੰਦੀ ਨਾਲ ਗੱਲ ਕਰਦੇ ਹਾਂ ਤਾਂ ਹਮੇਸ਼ਾ ਸਾਡੇ ਸੁਣਨ ਚ ਆਉਂਦਾ ਹੈ ਕਿ ਅਸੀਂ 2024 ਤੱਕ ਤਿਆਰ ਹਾਂ, ਮਤਲਬ ਆਪਣਾ ਸੰਘਰਸ਼ ਆਪਣਾ ਅੱਗੇ 3 ਸਾਲ ਚਲਾਉਣ ਤੱਕ ਨੂੰ ਤਿਆਰ ਹੈ। ਇਹ ਜ਼ਰੂਰ ਇਸ ਗੱਲ ਨੂੰ ਦਰਸਾਉਂਦਾ ਕਿ ਤੁਹਾਡੇ ਅੰਦਰ ਬਹੁਤ ਜ਼ਿਆਦਾ ਪੇਸ਼ੈਂਸ ਹੈ, ਬਹੁਤ ਜ਼ਿਆਦਾ ਤੁਹਾਡੇ ਅੰਦਰ ਠੰਡ ਹੈਗੀ ਆ, ਤਾਂ ਦੂਰ ਤੱਕ ਲੜਾਈ ਲਿਜਾਣ ਦੀ ਤੁਹਾਡੇ 'ਚ ਤਾਕਤ ਹੈਗੀ ਆ। ਬਟ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਢਿੱਲੇ ਪਾਉਂਦਾ ਵੀ ਬੈਠੇ ਤਾਂ ਬੈਠੇ ਰਹਿਣ, ਕੋਈ ਗੱਲ ਨਹੀਂ, ਇਹਨਾਂ ਨੇ ਤਾਂ 3 ਸਾਲ ਲਈ ਬਹਿਣਾ ਆ। ਕੀ ਤੁਹਾਨੂੰ ਨਹੀਂ ਲੱਗਦਾ ਸਰਕਾਰ ਤੇ ਮੌਕੇ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਉਹ ਹੁਣੇ ਹੀ ਤੁਹਾਡੀ ਗੱਲ ਸੁਣੇ, ਇੰਨੀ ਲੰਬਾ ਨਾ ਖਿੱਚਿਆ ਜਾਏ ਸੰਘਰਸ਼ ਨੂੰ? ਜਥੇਬੰਦੀਆਂ ਨੇ ਆਪਣਾ ਫਰਜ਼ ਅਦਾ ਕੀਤਾ। ਐਡਾ ਵੱਡਾ ਅੰਦੋਲਨ ਪੂਰਾ ਸ਼ਾਂਤਮਈ ਢੰਗ ਨਾਲ ਚਲਾਇਆ ਜਿਹਦੇ 'ਚ ਕੋਈ ਹਿੰਸਾ ਨਹੀਂ। ਬੇਸ਼ੱਕ 550 ਤੋਂ ਵੱਧ ਕਿਸਾਨ ਮਤਲਬ ਜਾਨਾਂ ਗਵਾ ਚੁੱਕੇ ਆ। ਦੇਸ਼ ਦੇ ਕਿਸਾਨਾਂ ਨੇ ਦੇਸ਼ ਪ੍ਰਤੀ ਆਪਣਾ ਫਰਜ਼ ਅਦਾ ਕਰ ਦਿੱਤਾ। ਜੇ ਟੋਟਲ ਫੇਲ ਰਹੀ ਉਹ ਸਰਕਾਰ ਆ, ਸਰਕਾਰ ਨੇ ਆਪਣਾ ਕੋਈ ਫਰਜ਼ ਅਦਾ ਨਹੀਂ ਕੀਤਾ, ਨਾ ਕਿਸਾਨੀ ਪ੍ਰਤੀ, ਨਾ ਵਸਨੀਕਾਂ ਦੇਸ਼ ਦੇ ਵੋਟਰਾਂ ਪ੍ਰਤੀ, ਨਾ ਦੇਸ਼ ਦੇ ਗਰੀਬਾਂ ਪ੍ਰਤੀ। ਦੇਸ਼ ਦੇ ਲੋਕਾਂ ਤੋਂ ਵੋਟਾਂ ਲੈ ਕੇ ਧੋਖੇ ਨਾਲ ਸਰਕਾਰ ਬਣਾ ਲਈ, ਲੇਕਿਨ ਸਰਕਾਰ ਆਪਣੇ ਫਰਜ਼ਾਂ ਤੋਂ ਬਿਲਕੁਲ ਪੂਰੀ ਨਹੀਂ ਉਤਰੀ। ਜਿਹੜਾ ਅਸੀਂ ਇਹ ਸੱਦਾ ਦੇ ਰਹੇ ਹਾਂ, ਕਿਸਾਨ ਪਿਛਲੇ 6 ਮਹੀਨੇ ਤੋਂ ਦਿੱਲੀ ਜਾ ਕੇ ਬੈਠਾ, ਆਪਣਾ ਘਰ-ਬਾਰ ਛੱਡ ਕੇ ਅੰਦੋਲਨ ਲੜਨਾ ਕੋਈ ਸੌਖਾ ਨਹੀਂ ਹੁੰਦਾ। ਅਰਬਾਂ ਰੁਪਏ ਦੀ ਕਿਸਾਨਾਂ ਨੇ ਬਲੀ ਦੇ ਦਿੱਤੀ। ਇਹ ਸੰਘਰਸ਼ ਕਰਕੇ ਉਹਨਾਂ ਦੀ ਖੇਤੀ ਖਰਾਬ ਹੋ ਰਹੀ ਹੈ, ਕਿਸੇ ਦੇ ਬੱਚੇ ਬਿਮਾਰ ਹੈ, ਕਿਸੇ ਦੇ ਮਗਰ ਬਜ਼ੁਰਗ ਮਾਂ-ਬਾਪ ਬਿਮਾਰ ਹੈ। ਐਡਾ ਵੱਡਾ ਸੰਘਰਸ਼ ਲੜਨਾ ਕੋਈ ਸੌਖਾ ਨਹੀਂ। ਇਹ ਸਰਕਾਰਾਂ ਦਾ ਸਬਰ, ਕਿਸਾਨਾਂ ਦਾ ਸਬਰ ਦਾ ਪ੍ਰਤੀਕ ਹੈ ਕਿ ਲੇਕਿਨ ਜੇ ਸਰਕਾਰ ਨਹੀਂ ਮੰਨੇਗੀ, ਜਿਵੇਂ ਪਹਿਲੀਆਂ 5 ਰਾਜਾਂ ਦੀਆਂ ਚੋਣਾਂ 'ਚ ਸਰਕਾਰ ਦਾ ਵੱਡਾ ਨੁਕਸਾਨ ਹੋਇਆ, ਯੂਪੀ ਦੀਆਂ ਪੰਚਾਇਤੀ ਰਾਜਾਂ ਦੇ ਵਿੱਚ ਪੰਚਾਇਤੀ ਚੋਣਾਂ ਵੀ ਸਰਕਾਰ ਹਾਰ ਗਈ, ਇਹ ਸਰਕਾਰ ਦੇ ਮੂੰਹ ਤੇ ਚਪੇੜਿਆ। ਆਉਣ ਵਾਲੇ ਦਿਨਾਂ ਦੇ ਵਿੱਚ BJP ਦਾ ਮੁਕੰਮਲ ਸਫਾਇਆ ਵੀ ਹੋਏਗਾ ਤੇ ਕਿਸਾਨ ਉਹਨਾਂ ਚਿਰ ਲੜਾਈ ਜਾਰੀ ਰੱਖੂਗਾ। ਲੜਾਈ ਦੀ ਦਿਸ਼ਾ ਨੂੰ
ਆਉਣ ਵਾਲੇ ਥੋੜ੍ਹੇ ਸਮੇਂ ਦੇ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਕੋਈ ਬਦਲਵਾਂ ਅਗਲਾ ਪ੍ਰੋਗਰਾਮ ਦੇਣਗੀਆਂ। ਇਹਦੀ ਦਿਸ਼ਾ ਕੋਈ ਹੋਰ ਵੀ ਹੋ ਸਕਦੀ ਹੈ, ਉਹ ਕੋਈ ਇਕੱਲੀ ਇੱਕ ਜਥੇਬੰਦੀ ਅਨਾਉਂਸ ਨਹੀਂ ਕਰ ਸਕਦੀ। ਇਹਦੇ ਤੇ ਜਥੇਬੰਦੀਆਂ ਦੀ ਗੰਭੀਰ ਵਿਚਾਰ ਚਰਚਾ ਦਿੱਲੀ 'ਚ ਚੱਲ ਰਹੀ ਹੈ। ਤੁਹਾਡੀ ਗੱਲਬਾਤ ਤੋਂ ਅਸੀਂ ਇਹ ਜ਼ਰੂਰ ਨਿਚੋੜ ਕੱਢਿਆ ਹੈ ਕਿ ਸਰਕਾਰ ਇਲੈਕਸ਼ਨ ਦੀ ਭਾਸ਼ਾ ਸਮਝਦੀ ਹੈ, ਹੋਰ ਕੋਈ ਭਾਸ਼ਾ ਨਹੀਂ ਸਮਝਦੀ। ਔਰ ਇਲੈਕਸ਼ਨ ਦੀ ਭਾਸ਼ਾ 'ਚ ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਜਿੱਦਾਂ ਵੈਸਟ ਬੰਗਾਲ ਦੇ ਵਿੱਚ ਵੀ ਜਿੱਦਾਂ ਉਹਨਾਂ ਦੀ ਹਾਰ ਹੋਈ ਹੈ ਬੀਜੇਪੀ ਦੀ। ਕੀ ਤੁਹਾਡੀ ਇਹੀ ਸਟ੍ਰੈਟਜੀ ਅੱਗੇ ਵੀ ਰਹੇਗੀ ਕਿ ਜਿਹੜੇ ਵੀ ਰਾਜ ਦੇ ਵਿੱਚ ਚੁਣਾਵ ਹੋਣਗੇ ਤੁਸੀਂ ਆਪਣੇ ਸੰਘਰਸ਼ ਨੂੰ ਫੈਲਾਓਗੇ, ਉੱਥੇ ਦੀ ਨਾਗਰਿਕਾਂ ਤੱਕ ਜਨ ਅੰਦੋਲਨ ਇਹ ਫੈਲਾਓਗੇ, ਉਹਨਾਂ ਨੂੰ ਜਾਗਰੂਕ ਕਰੋਗੇ ਤਾਂ ਕਿ ਸਰਕਾਰ ਨੂੰ ਚੁਣਾਵੀ ਸੱਟ ਵੱਜੇ ਤੇ ਉਹ ਚੁਣਾਵੀ ਸੱਟ ਵੱਜਣ ਤੋਂ ਬਾਅਦ ਉਹਨੂੰ ਇਹ ਝਟਕਾ ਲੱਗੇ ਤਾਂ ਉਹ ਤੁਹਾਡੀ ਗੱਲ ਸੁਣੇ? ਦੇਖੋ, ਦੇਸ਼ ਦੇ ਕਿਸਾਨਾਂ ਦੇ ਕੋਲ ਤਾਂ ਇਕੱਲਾ ਵੋਟ ਦਾ ਹਥਿਆਰ ਹੁੰਦਾ। ਉਹ ਬੰਗਾਲ ਦੇ ਵਿੱਚ ਸਰਕਾਰ ਨੇ ਪੂਰਾ ਟਿੱਲ ਲਾ ਲਿਆ, ਲੇਕਿਨ ਸੰਯੁਕਤ ਕਿਸਾਨ ਮੋਰਚੇ ਦੀਆਂ ਟੀਮਾਂ ਨੇ ਜਦੋਂ ਬੰਗਾਲ 'ਚ ਜਾ ਕੇ ਸਰਕਾਰ ਦੀ ਅਸਲੀਅਤ ਦੱਸੀ, ਬੰਗਾਲ ਦੇ ਵੋਟਰਾਂ ਨੇ ਮੂੰਹ ਤੋੜ ਜਵਾਬ ਦਿੱਤਾ। ਯੂਪੀ ਦੀਆਂ ਪੰਚਾਇਤੀ ਚੋਣਾਂ 'ਚ ਬੀਜੇਪੀ ਦੀ ਕਰਾਰੀ ਹਾਰ ਹੋਈ ਹੈ। ਵੱਡੇ ਵੱਡੇ ਮੰਤਰੀ ਤੇ ਐਮਐਲਏਆਂ ਦੇ ਪਰਿਵਾਰ ਜਿਹੜੇ ਆ ਉਹ ਪੰਚਾਇਤੀ ਚੋਣਾਂ ਵੀ ਜਦੋਂ ਹਾਰ ਜਾਣ ਤੇ ਦੇਸ਼ ਦੇ ਲੋਕਾਂ ਦੇ ਵਿੱਚ ਸਰਕਾਰ ਦੀ ਕਿੱਦਾਂ ਦਾ ਸਤਿਕਾਰ ਆ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ, ਜਿਹਨੂੰ ਸਰਕਾਰ ਨੇ ਪਹਿਲਾਂ ਇਕੱਲੇ ਸਿੱਖਾਂ ਦਾ ਅੰਦੋਲਨ, ਕਦੇ ਨੂੰ ਨਕਸਲਵਾੜੀਆਂ ਦਾ ਅੰਦੋਲਨ, ਕਦੇ ਖਾਲਿਸਤਾਨੀਆਂ ਦਾ ਅੰਦੋਲਨ। ਬੇਸ਼ੱਕ ਸਰਕਾਰ ਨੇ ਆਪਣੇ ਮੀਡੀਆ ਰਾਹੀਂ ਝੂਠ ਬੋਲਣ ਦੀ ਕੋਈ ਕਸਰ ਨਹੀਂ ਛੱਡੀ, ਲੇਕਿਨ ਸਾਰੇ ਦੇਸ਼ ਦੇ ਵਸਨੀਕਾਂ ਨੇ ਇਹਨੂੰ ਸਾਰੇ ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀਆਂ ਦਾ ਅੰਦੋਲਨ ਮੰਨ ਕੇ ਇਹਦੇ ਤੇ ਮੋਹਰ ਲਾ ਦਿੱਤੀ ਹੈ। ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੋਈ ਅੰਦੋਲਨ ਐਸਾ ਹੋਇਆ ਹੈ ਜਿੱਤੇ ਸੋਸ਼ਲ ਮੀਡੀਆ ਤੇ ਆਈਟੀ ਲੈਵਲ ਤੇ ਵੀ ਬਹੁਤ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਤੁਹਾਡੇ ਅੰਦੋਲਨ ਨੂੰ ਫੈਲਾਉਣ ਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ। ਕਿ ਗਰਾਊਂਡ ਲੈਵਲ ਤੇ ਤੁਸੀਂ ਸੰਗਠਨ ਨੂੰ ਵੀ ਹੋਰ ਮਜ਼ਬੂਤ ਕਰ ਰਹੇ ਹੋ ਤਾਂ ਕਿ ਦੂਜੇ ਰਾਜਾਂ ਦੇ ਵਿੱਚ ਜਦੋਂ ਚੁਣਾਵ ਹੋਣ, ਜਦੋਂ ਨੈਸ਼ਨਲ ਇਲੈਕਸ਼ਨ ਹੋਣ, ਉਦੋਂ ਜਿਹੜਾ ਕਿਸਾਨ ਅੰਦੋਲਨ ਹੈ ਹੋਰ ਜ਼ਿਆਦਾ ਉਭਰ ਕੇ ਸਰਕਾਰ ਦੇ ਸਾਹਮਣੇ ਆਏ ਔਰ ਜ਼ਿਆਦਾ ਵੱਡੀ ਸੱਟ ਮਾਰੇ। ਕੀ ਸੰਗਠਨ ਲੈਵਲ ਤੇ ਵੀ ਤੁਹਾਡੇ 'ਚ ਫੈਲਾਵ ਦੇ ਵਿੱਚ ਕੋਈ ਕੰਮ ਚੱਲ ਰਿਹਾ? ਇਹਦੇ 'ਚ ਕੋਈ ਸ਼ੱਕ ਨਹੀਂ, ਕੱਲੀ ਸਾਡੀ ਜਥੇਬੰਦੀ ਨਹੀਂ, ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਤੋਂ ਬਾਅਦ ਸਰਗਰਮ ਹੋਈਆਂ। ਯੂਪੀ, ਹਰਿਆਣਾ, ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਨੇ। ਦੂਜੀਆਂ ਜਥੇਬੰਦੀਆਂ, ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਜਿਹੜਾ ਖੇਤੀਬਾੜੀ ਮੰਤਰੀ ਆ ਨਰਿੰਦਰ ਤੋਮਰ, ਉਹਦੇ ਵੋਟਰਾਂ ਨੇ, ਉਹਦੇ ਹਲਕੇ ਦੇ ਵੋਟਰਾਂ ਨੇ ਉਹਦੀ ਗੱਡੀ ਨੂੰ ਘੇਰ ਕੇ ਇੱਕ ਦਿਨ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਗਿਆ ਆਪਣੇ ਹਲਕੇ ਦੇ ਕਿਸਾਨਾਂ ਦਾ ਜਵਾਬ ਦੇਣ ਤੋਂ। ਜਦੋਂ ਦੇਸ਼ ਦਾ ਖੇਤੀ ਮੰਤਰੀ ਉਹਦੇ 'ਚ ਸਮਰੱਥਾ ਨਹੀਂ ਤੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਉਹਦੇ ਤੋਂ ਬਹੁਤੀ ਆਸ ਨਹੀਂ ਕਰਨੀ ਚਾਹੀਦੀ। ਤੇ ਸਾਰਿਆਂ ਤੋਂ ਵੱਧ ਰੋਸ ਦੇਸ਼ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੈ ਕਿ ਕਿਸਾਨਾਂ ਦੀ ਲਿਖੀ ਚਿੱਠੀ ਦੇ ਬਾਵਜੂਦ, ਬੜਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਚੰਗਾ ਹੰਗਾਰਾ ਇਸ ਅੰਦੋਲਨ ਪ੍ਰਤੀ ਨਹੀਂ ਆਇਆ। ਹੁਣ ਅਸੀਂ ਆਪਣੇ ਟਾਕ ਸ਼ੋਅ ਨੂੰ ਇੱਥੇ ਹੀ ਕੰਕਲੂਡ ਕਰਾਂਗੇ, ਇੱਥੇ ਹੀ ਇਹਨੂੰ ਸਮਾਪਤੀ ਵੱਲ ਜਾਵਾਂਗੇ। ਜਾਣ ਤੋਂ ਪਹਿਲੇ ਤੁਹਾਡੇ ਤੋਂ ਇੱਕ ਕੰਕਲੂਡਿੰਗ ਇੱਕ ਗੱਲ ਕਹਾਉਣਾ ਚਾਹਾਂਗੇ ਜਿਹੜਾ ਪੋਜ਼ਿਟਿਵ ਹੋਵੇ, ਇੱਕ ਗਾਂਹ ਵਧੂ ਹੋਵੇ ਔਰ ਸਾਡੀ ਜਿੱਤ ਦਰਸਾਉਂਦੀ ਹੋਵੇ। ਇੱਕ ਕੋਈ ਐਸੀ ਗੱਲ ਆਪਣੇ ਦਰਸ਼ਕਾਂ ਨੂੰ ਔਰ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ? ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਰਹੇਗਾ, ਲਗਾਤਾਰ ਚੱਲੇਗਾ। ਜਿਹੜੀਆਂ ਸਟੇਟਾਂ 'ਚ ਅੰਦੋਲਨ ਕਮਜ਼ੋਰ ਹੈ ਉਹਨਾਂ ਸਟੇਟਾਂ ਦੇ ਵਿੱਚ ਅੰਦੋਲਨ ਤਕੜਾ ਕਰਨ ਦਾ ਸਾਡਾ ਯਤਨ ਆ। ਇਹ ਅੰਦੋਲਨ ਕਿਸਾਨ ਜਿੱਤੂਗਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਮਾਂ ਜਿੰਨਾ ਮਰਜ਼ੀ ਲੱਗ ਜਾਏ, ਇਹ ਸਰਕਾਰ ਦੇ ਉੱਤੇ ਹੈ। ਸਰਕਾਰ ਇਹਨੂੰ ਕਿੰਨੀ ਛੇਤੀ ਨਿਬੇੜਨ ਦਾ ਯਤਨ ਕਰਦੀ ਹੈ। ਜੇ ਤਾਂ ਸਰਕਾਰ ਜ਼ਿੰਮੇਵਾਰੀ ਸਮਝੇ ਤੇ ਕੱਲ੍ਹ ਨੂੰ ਕਿਸਾਨ ਅੰਦੋਲਨ ਮਤਲਬ ਇਹਦਾ ਹੱਲ ਨਿਕਲ ਸਕਦਾ। ਤੇ ਦੂਜਾ, ਅਸੀਂ ਮੀਡੀਆ ਦੇ ਉਸ ਵਰਗ ਦਾ, ਸਾਰੇ ਮੀਡੀਆ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਕਿਸਾਨੀ ਅੰਦੋਲਨ ਦੀ ਪਹਿਲੇ ਦਿਨ ਤੋਂ, ਸੋਸ਼ਲ ਮੀਡੀਆ ਨੇ, ਉਹ ਮੀਡੀਆ ਦੇ ਉਸ ਹਿੱਸੇ ਦਾ ਧੰਨਵਾਦ ਕਰਦੇ ਆ। ਔਰ ਮੀਡੀਆ ਤੋਂ ਆਸ ਵੀ ਕੀਤੀ ਜਾਂਦੀ ਹੈ, ਆਪਣੇ ਦੇਸ਼ ਦੇ ਜਿਹੜੇ ਲੋਕਾਂ ਦੀ ਆਵਾਜ਼ ਆ ਉਹਨੂੰ ਜਨਤਾ ਤੱਕ ਪਹੁੰਚਾਉਣਾ ਉਹਦਾ ਫਰਜ਼ ਵੀ ਹੈ। ਤੇ ਮੀਡੀਆ ਦੇ ਵੱਡੇ ਹਿੱਸੇ ਨੇ ਉਹ ਫਰਜ਼ ਅਦਾ ਵੀ ਕੀਤਾ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਅਸੀਂ ਅਪੀਲ ਹੈ ਉਹ ਸਰਕਾਰ ਦੀ ਚੁੰਗਲ 'ਚੋਂ ਨਿਕਲ ਕੇ ਕਾਰਪੋਰੇਟ ਲੋਕਾਂ ਦੀ ਭਾਸ਼ਾ ਬੋਲਣੀ ਛੱਡਣ ਕਿ ਕਾਰਪੋਰੇਟਾਂ ਦਾ ਜਿਹੜਾ ਬਹੁਤਾ ਹੁਣ ਹੋਰ ਦੇਸ਼ ਦੇ ਵਿੱਚ ਉਹਨਾਂ ਦਾ ਬਹੁਤਾ ਸਿੱਕਾ ਨਹੀਂ ਚੱਲੇਗਾ। ਦੇਸ਼ ਦੀ ਜਨਤਾ ਜਾਗਰੂਕ ਹੋ ਗਈ ਆ, ਜਨਤਾ ਦੀ ਆਵਾਜ਼ ਬਣ ਕੇ ਮੀਡੀਆ ਵਿਚਰੇ। ਇੱਕ ਵਾਰ ਹੁਣ ਇਕੱਠੇ ਹੋ ਕੇ ਨਾਰਾ ਹੋ ਜਾਵੇ ਤਾਂ ਕਿ ਸਰਕਾਰ ਤੱਕ ਤੁਹਾਡੀ ਆਵਾਜ਼ ਜ਼ੋਰਦਾਰ ਪਹੁੰਚੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੁਸੀਂ ਦੇਖ ਰਹੇ ਹੋ ਇਹ ਜਜ਼ਬਾ ਹੈ। ਜਜ਼ਬਾ ਕਦੀ ਵੀ ਠੰਡਾ ਪੈਣ ਵਾਲਾ ਨਹੀਂ ਹੈ ਔਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਪਣੇ ਫੈਸਲੇ ਤੇ ਇੱਕ ਵਾਰ ਫਿਰ ਵੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਡੇ ਨਾਲ ਜੁੜ ਚੁੱਕੇ ਨੇ ਗੁਰਪਾਲ ਸਿੰਘ ਪਾਲਾ ਮੌਲੀ ਜੀ ਔਰ ਇਹਨਾਂ ਦੇ ਮੂੰਹੋਂ ਹੀ ਸੁਣੋਗੇ ਹੁਣ ਕਿਸਾਨੀ ਸੰਘਰਸ਼ ਜਿੱਤ ਤੋਂ ਕਿੰਨੀ ਦੂਰ ਹੈ। ਜਿੱਤ ਦੀਆਂ ਬਰੂਹਾਂ ਤੇ ਲਗਭਗ ਅਸੀਂ ਬੈਠੇ ਆ। ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਅਸੀਂ ਦੁਨੀਆ ਦੇ ਵਿੱਚ ਲੈ ਗਏ ਆ। ਇਹ ਪਹਿਲੀ ਸਾਡੀ ਜਿੱਤ ਹੈ। ਔਰ ਦੂਸਰੀ ਜਿੱਤ ਜਿਹੜਾ ਪੰਜਾਬੀਆਂ ਨੇ ਏਕਾ ਦਿਖਾਇਆ ਹੈ ਔਰ ਇਸ ਦੇਸ਼ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਜੇ ਇਸ ਦੇਸ਼ ਦੀ ਸੱਚੀ ਤੇ ਸੁੱਚੀ ਅਗਵਾਈ ਕਰ ਸਕਦਾ ਤੇ ਉਹ ਪੰਜਾਬੀ ਕਰ ਸਕਦਾ ਹੈ। ਹੁਣ ਦੇਸ਼ ਨੂੰ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਪ੍ਰਧਾਨ ਮੰਤਰੀ ਚੁਣ ਕੇ ਇਸ ਦੇਸ਼ ਦੀ ਗੱਦੀ ਤੇ ਬਿਠਾਇਆ ਜਾਵੇ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿੰਨੀ ਗੱਡੀਆਂ ਦਾ ਕਾਫਲਾ ਜਾ ਰਿਹਾ ਹੈ ਜੀ ਦਿੱਲੀ? ਅੱਜ ਤਕਰੀਬਨ 350 ਗੱਡੀ ਦਾ ਜਿਹੜਾ ਕਾਫਲਾ ਹੈ
ਉਹ ਪੂਰੇ ਦਬਾਬੇ ਦੇ ਵਿੱਚੋਂ ਇਕੱਠਾ ਹੋ ਕੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਦੀ ਅਗਵਾਈ ਦੇ ਵਿੱਚ ਦਿੱਲੀ ਵੱਲ ਨੂੰ ਜਾ ਰਿਹਾ ਜੀ। ਔਰ ਜਿੱਤ ਕੇ ਹੀ ਆਏਗਾ ਜੀ। ਦੇਖੋ, ਪੰਜਾਬੀ ਹਮੇਸ਼ਾ ਜਿੱਤ ਲਈ ਲੜਦਾ ਰਿਹਾ। ਇਹ ਤਾਂ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਛੋਲਿਆਂ ਦੀ ਮੁੱਠ ਖਾ ਕੇ ਵੀ ਜਕਾਰੇ ਛੱਡਦਾ ਰਿਹਾ ਹੈ ਔਰ ਇਹਦੀਆਂ ਜਿੱਤਾਂ ਇਹੋ ਜਿਹੀਆਂ ਰਹੀਆਂ। ਤੇ ਜੇ ਸਾਡੇ ਸੂਰਮਿਆਂ ਦਾ ਕਸ਼ਹਿਰਾ ਵੀ ਸੁੱਕਣੇ ਪਾਇਆ ਕਿਲੇ ਦੇ ਕੰਧ ਦੇ ਉੱਤੇ, ਤੇ ਦੁਸ਼ਮਣਾਂ ਦੀ ਜ਼ਰੂਰਤ ਨਹੀਂ ਪਈ ਉਹ ਕਿਲੇ ਦੀ ਕੰਧ ਨੂੰ ਟੱਪ ਕੇ ਅੰਦਰ ਆ ਜਾਣ, ਇੰਨਾ ਖੌਫ ਰਿਹਾ ਹੈ। ਤੇ ਅੱਜ ਤਾਂ ਅਸੀਂ ਦਿੱਲੀ ਦੇ ਤਖਤ ਤੇ ਬਿਲਕੁਲ ਸਾਹਮਣੇ ਬੈਠੇ ਹਾਂ। ਜਿੱਤਾਂਗੇ ਕਿਉਂ ਨਹੀਂ, ਔਰ ਜਿੱਤਾਂਗੇ ਸਾਰਿਆਂ ਦੇ ਸਹਿਯੋਗ ਨਾਲ। ਪੂਰਾ ਭਾਰਤ ਇਕੱਤਰ ਹੋ ਗਿਆ ਇਸ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ। ਇਹ ਜਿੱਤ ਕਿਤੇ ਦੂਰ ਨਹੀਂ ਗਈ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। किसान मजदूर एकता, किसान मजदूर एकता। मोदी सरकार बोले सो निहाल। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਕਿਸਾਨੀ ਸੰਘਰਸ਼ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਦਿੱਲੀ ਦੇ ਬਾਰਡਰਾਂ ਤੇ, ਹਾਲੇ ਤੱਕ ਸਾਨੂੰ ਕਾਮਯਾਬੀ ਨਹੀਂ ਮਿਲੀ ਆ। ਤੁਹਾਨੂੰ ਕੀ ਲੱਗਦਾ ਹੈ ਕਿ ਕਾਮਯਾਬੀ ਮਿਲਣ ਤੋਂ ਅਸੀਂ ਕਿੰਨੀ ਕੁ ਦੂਰ ਹੈਗੇ ਹੁਣ? ਬਸ ਅਸੀਂ ਕਾਮਯਾਬੀ ਦੇ ਬਿਲਕੁਲ ਨਜ਼ਦੀਕ ਆ। ਕਾਮਯਾਬੀ ਕਿਸਾਨਾਂ ਨੇ ਲੈਣੀ ਆ ਔਰ ਆਪਣਾ ਹੱਕ ਲੈ ਕੇ ਅਸੀਂ ਮਗਰ ਮੁੜਾਂਗੇ। ਇਹ ਮੋਦੀ ਸਰਕਾਰ ਸਿਰਫ ਇੱਕ ਮਛਲੀ ਸਰਕਾਰ ਹੋਈ ਆ, ਪਤਾ ਉਹਨਾਂ ਨੂੰ ਵੀ ਆ ਵੀ ਇਹ ਜੋ ਸੰਘਰਸ਼ ਆ ਇਹ ਇੱਕਦਮ ਵਿੰਡਣ ਵਾਲਾ ਨਹੀਂ ਆ। ਚਾਹੇ ਮੋਦੀ ਸਾਲਾਂ ਬੱਧੀ, ਅਸੀਂ ਤਾਂ ਉਹਨੂੰ ਇਹ ਵੀ ਚੈਲੰਜ ਕਰਦੇ ਕਿ ਸਾਲਾਂ ਬੱਧੀ ਅਸੀਂ ਅੰਨਦਾਤੇ ਆ। ਮੋਦੀ ਨੂੰ ਫਿਕਰ ਹੋਊਗਾ ਖਾਣਾ ਕਿੱਥੋਂ ਆ। ਅਸੀਂ ਅੰਨਦਾਤੇ, ਅੰਨ ਉਗਾ ਕੇ ਅਸੀਂ ਦਿੱਲੀ ਨਹੀਂ, ਅਸੀਂ ਵਰਲਡ ਨੂੰ ਅੰਨ ਖਿਲਾ ਰਹੇ ਆ, ਆਪਣੇ ਦੇਸ਼ ਨੂੰ ਅੰਨ ਖਿਲਾ ਰਹੇ ਆ। ਸਾਡੇ ਵੱਲੋਂ ਦਿੱਲੀ ਦੇ ਵਿੱਚ ਜਦੋਂ ਤੱਕ ਮੋਦੀ ਦੀ ਹਾਰ ਨਹੀਂ ਹੁੰਦੀ, ਮੋਦੀ ਆਪਣੀ ਹਾਰ ਨਹੀਂ ਮੰਨਦਾ, ਅਸੀਂ ਬਾਰਡਰਾਂ ਤੋਂ ਉੱਠ ਕੇ ਨਹੀਂ ਆਵਾਂਗੇ। ਅਸੀਂ ਆਵਾਂਗੇ ਤੇ ਆਪਣੇ ਕਿਸਾਨਾਂ ਦਾ ਹੱਕ ਲੈ ਕੇ ਆਵਾਂਗੇ। ਇਹੀ ਸਾਡੀ ਬੇਨਤੀ ਆ ਕਿ ਮੋਦੀ ਸਰਕਾਰ ਨੂੰ ਇਹ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਆ ਕਿ ਕਿਸਾਨ ਇੱਕ ਅੰਨਦਾਤਾ ਆ। ਅੰਨਦਾਤੇ ਨੂੰ ਤੁਸੀਂ ਜੇ ਪ੍ਰਮਾਤਮਾ ਮੰਨਦੇ ਆ ਤੇ ਅੰਨਦਾਤਾ ਵੀ ਇੱਕ ਪ੍ਰਮਾਤਮਾ ਰੂਪ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਜਿੱਦਾਂ ਕਾਫੀ ਇਵੈਂਟਸ ਹੁੰਦੇ ਰਹੇ ਸੀਗੇ ਵੀ ਪਾਰਲੀਮੈਂਟ ਵੱਲ ਕੂਚ ਕਰਨਾ ਆ, ਆਪਾਂ ਉੱਥੇ ਬਾਰਡਰਾਂ ਵੱਲ ਜਾਣਾ ਆ। ਹੁਣ ਪਿਛਲੇ 2-3 ਮਹੀਨੇ ਤੋਂ ਥੋੜ੍ਹਾ ਠੰਡਾ ਜਿਹਾ ਮਾਹੌਲ ਹੈ। ਕੋਈ ਪ੍ਰੋਗਰਾਮ ਨਹੀਂ ਲਾਪਿਆ ਗਿਆ ਵੀ ਅਸੀਂ ਪਾਰਲੀਮੈਂਟ ਵਿੱਚ ਜਾ ਕੇ ਰੋਸ ਪ੍ਰਗਟ ਕਰਨਾ ਹੈ ਜਾਂ ਪੈਦਲ ਯਾਤਰਾ ਕਰਨੀ ਹੈ ਪਾਰਲੀਮੈਂਟ ਵੱਲ, ਜਾਂ ਉੱਥੇ ਦੇ ਐਮਪੀਆਂ ਨੂੰ ਜਾ ਕੇ ਅਸੀਂ ਜਿਹੜੇ ਪਾਰਲੀਮੈਂਟ ਦੇ ਨਜ਼ਦੀਕ ਦੱਸਣਾ ਹੈ ਕਿ ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ। ਹੁਣ ਇਸ ਪ੍ਰੋਗਰਾਮਾਂ ਦੇ ਵਿੱਚ ਥੋੜ੍ਹੀ ਢਿੱਲ ਕਿਉਂ ਦਿਖਾਈ ਦੇ ਰਹੀ ਹੈ? ਇਹ ਜੀ ਢਿੱਲ ਤਾਂ ਕੋਈ ਨਹੀਂ। ਕਿਸਾਨ ਯੂਨੀਅਨ ਵੱਲੋਂ ਅਸੀਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੇ ਹਰ ਇੱਕ ਵਿਅਕਤੀ ਦਾ ਸਾਨੂੰ ਪਿਆਰ ਆ, ਸਾਨੂੰ ਉਹਨਾਂ ਦਾ ਧਿਆਨ ਆ। ਕਿਉਂਕਿ ਕੋਰੋਨਾ ਕੋਵਿਡ-19 ਕਰਕੇ ਅਸੀਂ ਇਕੱਠ ਵੀ ਜਿਹੜਾ ਆ ਉਹ ਵੀ ਅਸੀਂ ਥੋੜ੍ਹਾ ਇਸ ਚੀਜ਼ ਨੂੰ ਵੀ ਵਿਚਾਰਦੇ ਆ, ਕਿਉਂਕਿ ਅਸੀਂ ਪਹਿਲਾਂ ਸਾਨੂੰ ਸਾਡੇ ਭਾਰਤ ਵਾਸੀ ਆ। ਉਸ ਤੋਂ ਬਾਅਦ ਅਸੀਂ ਜੋ ਵੀ ਹੋ ਸਕਿਆ ਅਸੀਂ ਸਾਰਾ ਕੁਝ ਕਰਕੇ ਮੋਦੀ ਸਰਕਾਰ ਨੂੰ ਕਰਾਂਗੇ। ਲੇਕਿਨ ਅਸੀਂ ਚਾਹੁੰਦੇ ਨਹੀਂ ਕਿ ਕੋਈ ਇਦਾਂ ਦੀ ਅਸੀਂ ਗੱਲ ਕਰੀਏ ਜਿਹਦੇ ਨਾਲ ਸਾਡੇ ਕਿਸਾਨਾਂ ਦਾ, ਸਾਡੇ ਭਾਰਤੀ ਵਿਅਕਤੀਆਂ ਦਾ ਕਿਸੇ ਦਾ ਵੀ ਨੁਕਸਾਨ ਹੋ ਸਕੇ ਜੀ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀਆਂ ਸਰਗਰਮੀਆਂ ਥੋੜ੍ਹੀਆਂ ਤੇਜ਼ ਹੋਣਗੀਆਂ? ਦੇਖੋ ਜੀ, ਇਹ ਦੱਸਣ ਵਾਲੀ ਤਾਂ ਗੱਲ ਨਹੀਂ ਕੋਈ ਵੀ। ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਰਦਾਰ ਮਨਜੀਤ ਸਿੰਘ ਰਾਏ ਸਾਡੇ ਪ੍ਰਧਾਨ ਸਾਹਿਬ ਅੱਜ ਜਥਾ ਲੈ ਕੇ ਜਾ ਰਹੇ ਆ, ਉਧਰੋਂ ਹੋਰ ਵੀ ਜਿੰਨੀਆਂ ਵੀ ਸਾਡੀਆਂ ਹੈਗੀਆਂ ਆ ਜਥੇਬੰਦੀਆਂ ਪਹੁੰਚ ਰਹੀਆਂ ਆ, ਤੇ ਅੱਜ ਇਹ ਸਾਰਾ ਇਕੱਠ ਮੋਦੀ ਨੂੰ ਹਲੂਣ ਕੇ ਰੱਖ ਦੂਗਾ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਤੁਸੀਂ ਦੇਖ ਰਹੇ ਹੋ ਕਿ ਜੋਸ਼ ਪੂਰਾ ਬਰਕਰਾਰ ਹੈ ਔਰ ਸਾਰੀਆਂ ਫੌਜਾਂ ਡਟੀਆਂ ਹੋਈਆਂ ਨੇ। ਅੱਜ ਦਿੱਲੀ ਨੂੰ ਵੱਲ ਕੂਚ ਕਰ ਰਹੇ ਨੇ, 1000 ਬੰਦੇ ਜਾ ਰਹੇ ਨੇ ਇੱਥੋਂ। 200 ਤੋਂ 250 ਗੱਡੀ ਦਾ ਕਾਫਿਲਾ ਜਾ ਰਿਹਾ ਹੈ ਮੌਲੀ ਬਾਰਡਰ ਤੋਂ। ਹਾਂਜੀ, ਜਿਹੜੇ ਕਿਸਾਨੀ ਸੰਘਰਸ਼ ਬਾਰੇ ਜੀ ਤੁਹਾਡਾ ਕੀ ਕਹਿਣਾ ਹੈ ਜੀ? ਹੁਣ ਇਹ ਕਿਸ ਲੈਵਲ ਤੱਕ ਪਹੁੰਚ ਚੁੱਕਾ ਹੈ ਜੀ? ਕਦੋਂ ਤੱਕ ਜਿੱਤ ਕਿੰਨੀ ਕੁ ਦੂਰ ਹੈ? ਬਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤਾਂ 24 ਤੱਕ ਬੈਠੇ ਆ। ਸਾਨੂੰ ਤਾਂ ਅਸੀਂ ਜਿਹੜਾ ਦਿੱਲੀ ਦਾ ਜੋ ਵੀ ਸਾਡਾ ਧਰਨਾ ਆ ਉਹ ਅਸੀਂ ਇਸ ਹਿਸਾਬ ਦੇ ਨਾਲ ਤਿਆਰ ਕਰ ਲਿਆ ਆ ਤੇ 24 ਦੀ ਇਲੈਕਸ਼ਨ ਕਰਾ ਕੇ ਹੀ ਅਸੀਂ ਛੱਡਾਂਗੇ। ਜਿੰਨਾ ਚਿਰ ਮੰਨਦੇ ਨਹੀਂ ਉਨਾ ਚਿਰ ਸਾਡਾ ਕੋਈ ਆ ਦੇ ਲਓ ਤੁਸੀਂ ਟੈਂਟ ਵੀ ਅਸੀਂ ਚੰਗੇ ਪੈਲਸ ਨਾਲੋਂ ਵਧੀਆ ਬਣਾ ਲਿਆ ਕਿ ਜਿਹੜਾ ਕਿ ਲੰਮੇ ਸਮੇਂ ਲਈ ਜਿਹੜਾ ਲੰਗਰ ਹੈ ਇਹ ਜਿਹੜੀਆਂ ਪਿੱਛੋਂ ਆਉਣ ਵਾਲੀਆਂ ਸੰਗਤਾਂ ਆ ਉਹ ਛਕ ਕੇ ਜਾਣ। ਇਹ ਜਿਹੜਾ ਸਾਡਾ ਹੱਕ ਆ ਉਹ ਅਸੀਂ ਲੈ ਬਿਨਾ ਅਸੀਂ ਟਿਕ ਕੇ ਨਹੀਂ ਬਹਿਣਾ। ਜਿੰਨਾ ਚਿਰ ਵੀ ਇਹ ਸੰਘਰਸ਼ ਲੜਨਾ ਪਊ, ਇਹ ਸੰਘਰਸ਼ ਸਾਰੇ ਹੀ ਜਥੇਬੰਦੀਆਂ ਔਰ ਕਿਸਾਨ ਮਜ਼ਦੂਰ ਸਾਰੇ ਹੀ ਰਲ ਕੇ ਇਹ ਲੜਦੇ ਰਹਿਣਗੇ।
ਬਹੁਤ ਬਹੁਤ ਮਿਹਰਬਾਨੀ ਜੀ। ਇਹ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਆਪਾਂ ਕਹਿ ਦਿੰਦੇ ਹਾਂ ਅਸੀਂ 2024 ਤੱਕ ਸੰਘਰਸ਼ ਲਈ ਡਟੇ ਹੋਏ ਹਾਂ, ਸਰਕਾਰ ਢਿੱਲੀ ਪੈ ਜਾਂਦੀ ਹੈ, ਉਹ ਕਹਿੰਦੇ ਵੀ ਕੋਈ ਗੱਲ ਨਹੀਂ 2024 ਤੱਕ ਬੈਠੇ ਤਾਂ ਬੈਠੇ ਰਹਿਣ, ਅਸੀਂ ਵੀ ਨਹੀਂ ਸੁਣਨਾ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਟ੍ਰੈਟਜੀ ਦੇ ਵਿੱਚ ਕੋਈ ਹੋਰ ਬਦਲਾਅ ਕਰਨਾ ਚਾਹੀਦਾ ਕਿ ਜਿਸ ਨਾਲ ਸਰਕਾਰ ਹੁਣੇ ਤੁਹਾਡੀ ਗੱਲ ਸੁਣੇ ਬਜਾਏ 2 ਮਹੀਨੇ ਆਪਣੀ ਹਾਰ ਦੀ ਉਡੀਕ ਕਰਨ ਲਈ? ਨਹੀਂ, ਅਸੀਂ ਕੋਈ ਸਾਨੂੰ ਜੇ ਉਹਨਾਂ ਨੂੰ ਕਾਹਲੀ ਨਹੀਂ ਤੇ ਕਾਹਲੀ ਸਾਨੂੰ ਵੀ ਨਹੀਂ। ਅਸੀਂ ਇਹ ਜਿਹੜਾ ਸੰਘਰਸ਼ ਹੈ ਬੜਾ ਸ਼ਾਂਤੀਪੂਰਨ ਅਤੇ ਕਿਸੇ ਵੀ ਜਿਹੜੇ ਆਉਣ ਵਾਲੇ ਲੋਕ ਹੈ ਜਾਂ ਕਿਸੇ ਨੂੰ ਡਿਸਟਰਬਿੰਗ ਨਾ ਹੋਵੇ, ਇਸ ਕਰਕੇ ਅਸੀਂ ਕੋਈ ਜਾਮ ਜਾਂ ਕੁਝ ਵੀ ਨਹੀਂ ਕਰਨਾ ਚਾਹੁੰਦੇ। ਅਸੀਂ ਸਿਰਫ ਇੱਕ ਪ੍ਰੋਟੈਸਟ ਜਿਹੜਾ ਆ ਇਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਰ ਰਹੇ ਹਾਂ ਕਿ ਤੁਸੀਂ ਮੰਨ ਜਾਓ ਨਾ, ਤੁਸੀਂ ਗਰੀਬਾਂ ਨਾਲ ਧੱਕਾ ਕਰੋ। ਇਹ ਆਉਣ ਵਾਲੀਆਂ ਜਿਹੜੀਆਂ ਨਸਲਾਂ ਵੀ ਤੁਹਾਨੂੰ ਉਹ ਭੁੱਲਣਗੀਆਂ ਨਹੀਂ। ਜੇ ਤੁਹਾਡੇ ਹੱਥ ਕਮਾਂਡ ਹੈ ਤਾਂ ਤੁਹਾਨੂੰ ਹਰ ਇੱਕ ਦਾ ਇਹ ਵੋਟ ਅਧਿਕਾਰ ਹੈ, ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਜਿਹੜੀ ਗੱਲ ਨਹੀਂ ਉਹ ਮੰਨ ਜਾਣੀ ਚਾਹੀਦੀ। ਬਿਲਕੁਲ ਠੀਕ ਜੀ, ਬਿਲਕੁਲ ਠੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਔਰ ਇਹ ਸੀ ਉਹਨਾਂ ਦਾ ਕਹਿਣਾ ਕਿ ਅਸੀਂ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ, ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ। ਤਾਂ ਇਹ ਅਸੀਂ ਸਰਕਾਰ ਸਾਡਾ ਪੇਸ਼ੈਂਸ ਦੇਖਣਾ ਚਾਹੁੰਦੀ ਹੈ ਤਾਂ ਦੇਖ ਸਕਦੀ ਹੈ, ਬਟ ਅਸੀਂ ਆਪਣੇ ਹੱਕ ਲਿੱਤੇ ਬਿਨਾ ਜਾਵਾਂਗੇ ਨਹੀਂ, ਰੁਕਾਂਗੇ ਨਹੀਂ। ਹੱਕ ਲਈ ਸਾਡੀ ਜੰਗ ਜਾਰੀ ਰਹੇਗੀ, ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਏ। ਸਤਿ ਸ਼੍ਰੀ ਅਕਾਲ ਰਾਏ ਸਾਹਿਬ। ਰਾਏ ਸਾਹਿਬ, ਜਾਂਦੇ ਜਾਂਦੇ ਕਿਸਾਨੀ ਸੰਘਰਸ਼ ਜਿੱਤ ਤੋਂ ਹੁਣ ਕਿੰਨੀ ਦੂਰ ਹੈ, ਇੱਕ ਵਾਰ ਦੱਸ ਕੇ ਜਾਓ ਸਾਡੇ ਦਰਸ਼ਕਾਂ ਨੂੰ। ਸਰਕਾਰ ਹਾਰੀ ਹੋਈ ਆ, ਅਸੀਂ ਜਿੱਤੇ ਹੋਏ ਆ। 6 ਹਾਈਵੇ ਦੱਬੇ ਹੋਏ ਨੇ ਸਰਕਾਰ ਦੇ। ਸਰਕਾਰ ਨੇ ਕਾਨੂੰਨ ਵਾਪਸ ਲੈਣੇ ਬਾਕੀ ਨੇ। ਸੋ ਕੋਈ ਗੱਲ ਨਹੀਂ, ਉਹ ਵਾਪਸ ਕਰਾ ਕੇ ਆਵਾਂਗੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਜਲਦ ਯਕੀਨੀ ਜਿੱਤ ਹੋਏਗੀ। ਸਰਕਾਰ ਘੁਟਨਿਆਂ ਪਾਰ ਹੋਈ ਹੈ ਨਹੀਂ ਤੇ ਹੁਣ ਇਲੈਕਸ਼ਨ ਆਉਣ ਵਾਲੀਆਂ 2022 ਚ ਯੂਪੀ 'ਚ ਹਰਾਵਾਂਗੇ, ਫਿਰ ਸਰਕਾਰ ਹਾਰ ਕੇ ਮੰਨ ਕੇ ਆਏਗੀ। ਹਾਈਵੇ GT ਰੋਡ ਨੈਸ਼ਨਲ ਹਾਈਵੇ 1 ਤੋਂ ਗੱਡੀ ਕੱਢੋ ਜਾ ਚੱਲ ਗਬਲੀ ਲੈ ਜੀ, ਤੋਰੀ ਚੱਲ ਵੀਰੇ, ਤੋੜ ਦੇ 50 ਦੀ ਸਪੀਡ ਤੇ ਤੋੜ ਦੇ। ਤਾਂ ਜ਼ਿੰਦਾਬਾਦ। ਇਹ ਕਾਫਿਲਾ ਹੈ ਸਾਰਾ ਜੀ ਜਿਹੜਾ ਰਵਾਨਾ ਹੋਇਆ ਹੈ ਦਿੱਲੀ ਵਾਸਤੇ। ਗੱਡੀਆਂ ਭਰ ਜਾ ਰਹੀਆਂ ਨੇ ਜੀ ਦਿੱਲੀ ਨੂੰ, ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵਾਸਤੇ। ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ GT ਰੋਡ ਫਗਵਾੜਾ ਤੋਂ, ਪਿੰਡ ਮੋਲੀ ਤੋਂ। ਲਾਈਵ ਤਸਵੀਰਾਂ ਤੁਹਾਡੇ ਸਾਹਮਣੇ 5 ਜੂਨ ਦੀਆਂ। ਆ ਦੇਖ ਲਓ, ਨਾਰੇ ਲਾਉਂਦੇ ਹੋਏ ਜਾ ਰਹੇ ਨੇ ਸਾਰੇ। ਗੱਡੀ ਦੇ ਵਿੱਚ ਬੈਠ ਕੇ ਵੀ ਨਾਰੇ ਕਾਇਮ ਨੇ। ਇਹ ਜਜ਼ਬਾ ਹੁੰਦਾ ਹੈ ਕਿਸੇ ਵੀ ਸੰਘਰਸ਼ ਨੂੰ ਲੜਨ ਦਾ, ਜੁਝਾਰੂਪਨ ਹੁੰਦਾ ਹੈ। ਇਸ ਜੁਝਾਰੂਪਨ ਹੀ ਉਹਨਾਂ ਨੂੰ ਜਿੱਤ ਦੇ ਵੱਲ ਲੈ ਜਾਂਦਾ ਹੈ ਜਦੋਂ ਕੋਈ ਵੀ ਸੰਘਰਸ਼ ਹੁੰਦਾ ਹੈ। ਔਰ ਇਹ ਜੁਝਾਰੂਪਨ ਪਿਛਲੇ ਅਸੀਂ 1 ਸਾਲ ਤੋਂ ਦੇਖ ਰਹੇ ਹਾਂ, ਦਿੱਲੀ ਦੇ ਬਾਰਡਰ ਦੇ ਪਿਛਲੇ 6 ਮਹੀਨੇ ਤੋਂ ਦੇਖ ਰਹੇ ਹਾਂ। ਜੁਝਾਰੂਪਨ ਨੂੰ, ਇਸ ਜਜ਼ਬੇ ਨੂੰ ਸਲਾਮ ਹੈ ਜਿਹੜਾ ਆਪਣੇ ਹੱਕਾਂ ਦੀ ਲੜਾਈ ਲਈ ਕਾਇਮ ਹੈ। ਔਰ ਅੱਜ ਦਾ ਇਹ ਲਾਈਵ ਅਸੀਂ ਇੱਥੇ ਹੀ ਸਮਾਪਤ ਕਰ ਦਾਂਗੇ ਹਾਂ। ਫਿਰ ਮਿਲਾਂਗੇ ਇੱਕ ਨਵੇਂ ਲਾਈਵ ਦੇ ਨਾਲ, ਇੱਕ ਨਵੇਂ ਵੀਡੀਓ ਦੇ ਨਾਲ। ਜਨਤਾ ਦੇ ਸਾਹਮਣੇ ਰੂਬਰੂ ਹੋਵਾਂਗੇ। ਅੱਜ ਸਾਨੂੰ ਇਜਾਜ਼ਤ ਦਿਓ ਜੀ।